ਗੁਰ ਕਹਿਆ ਸਾਕਾਰ ਕਮਾਵਹੁ, ਗੁਰ ਕੀ ਕਰਨੀ ਕਾਹੇ ਧਾਵਹੁ। ਗੁਰੂ ਨੂੰ ਬਾਹਰੋਂ ਦੇਖ ਕੇ ਉਹਦੀ ਰੀਸ ਨਾ ਕਰੋ। ਇਹਦਾ ਭਾਵ ਇਹ ਹੈ, ਜੋ ਗੁਰੂ ਕਹਿ ਰਿਹਾ ਹੈ ਨਾ ਉਹ ਕਰੋ, ਕਿਉਂਕਿ ਬਾਹਰ ਕਰਮਾਂ ਦੇ ਵਿੱਚ ਉਹ ਨਹੀਂ ਹੈ। ਇਹ ਵੀ ਜ਼ਰੂਰੀ ਗੱਲ ਖਿਆਲ ਵਿੱਚ ਰੱਖੋ ਕਿ ਮਨੁੱਖ ਦੋ ਤਲ 'ਤੇ ਜੀਂਦਾ ਹੈ। ਜ਼ਿਆਦਾਤਰ ਮਨੁੱਖ ਕਰਮਾਂ ਦੇ ਤਲ 'ਤੇ ਜੀ ਰਹੇ ਹਨ। ਇਸ ਕਾਰਨ ਕਿਹਾ ਜਾਂਦਾ ਹੈ ਵੀ ਮਨੁੱਖ ਨੂੰ ਸਿਆਣਨਾ ਹੈ ਅਤੇ ਕਰਮ ਦੇਖੋ ਵੀ ਕਰਮ ਕੀ ਕਰ ਰਹੇ ਆ, ਕਿਉਂਕਿ ਕਰਮ ਦੇ ਤਲ 'ਤੇ ਜ਼ਿਆਦਾ ਜੀ ਰਹੇ ਆ। ਕੁਛ ਕੁ ਲੋਕ ਹਨ ਜਿਹੜੇ ਵਿਚਾਰ ਦੇ ਤਲ 'ਤੇ ਜੀਂਦੇ ਹਨ, ਉਹਨਾਂ ਨੂੰ ਹੀ ਬੁੱਧੀਜੀਵੀ ਕਿਹਾ ਜਾਂਦਾ ਹੈ, ਵਿਚਾਰਕ। ਫਿਰ ਜਿਹੜਾ ਵਿਚਾਰਕ ਹੈ ਉਹਨੂੰ ਤੁਸੀਂ ਵਿਚਾਰਾਂ ਦੇ ਤਲ 'ਤੇ ਸਮਝ ਸਕਦੇ ਹੋ। ਪਰ ਸਤਿਪੁਰਸ਼ ਜਿਹੜੇ ਹਨ ਉਹ ਨਾ ਕਰਮਾਂ ਦੇ ਵਿੱਚ ਜੀਂਦੇ ਹਨ, ਨਾ ਉਹ ਵਿਚਾਰ ਦੇ ਤਲ 'ਤੇ ਹੁੰਦੇ ਹਨ। ਉਹਨਾਂ ਨੂੰ ਕਦੇ ਕਦੇ ਆਉਣਾ ਪੈਂਦਾ ਹੈ ਕਰੁਣਾ ਕਰਕੇ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਕਿਉਂਕਿ ਮੂਲ ਧਰਮ ਹੀ ਕਰੁਣਾ ਤੋਂ ਪੈਦਾ ਹੁੰਦਾ ਹੈ, ਦਇਆ ਤੋਂ ਪੈਦਾ ਹੁੰਦਾ ਹੈ। ਕਹਿ ਲਓ ਤੌਲ ਧਰਮ ਦਇਆ ਕਾ ਪੂਤ। ਅਤੇ ਜਦੋਂ ਉਹ ਮਿਲਦਾ ਹੈ ਨਾ ਉਦੋਂ ਫਿਰ ਦਇਆ ਦੇ ਫੁਹਾਰੇ ਫੁੱਟਦੇ ਹਨ ਪ੍ਰੇਮ ਦੇ, ਅਤੇ ਉਹਦਾ ਦਇਆਲੂ ਹਿਰਦਾ ਹੁੰਦਾ ਹੈ। ਅਤੇ ਉਹ ਜਦੋਂ ਬਾਹਰ ਦੇਖਦਾ ਹੈ ਲੋਕਾਂ ਨੂੰ ਕਰਮਾਂ ਦੇ ਵਿੱਚ ਫਸਿਆ ਹੋਇਆਂ ਨੂੰ, ਵਿਚਾਰਾਂ ਦੀ ਦਲਦਲ ਦੇ ਵਿੱਚ ਫਸਿਆ ਹੋਇਆਂ ਨੂੰ, ਮੋਹ ਦੇ ਚਿੱਕੜ ਵਿੱਚ ਫਸਿਆ ਹੋਇਆਂ ਨੂੰ, ਤੋ ਕਰੁਣਾ ਵਸ ਉਸ ਚਿੱਕੜ 'ਚ ਜਾ ਕੇ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਦੇਖੋ ਤੁਸੀਂ, ਕਮਾਲ ਦੀ ਗੱਲ ਹੈ ਨਾ। ਤੁਸੀਂ ਜਦੋਂ ਉਪਲਬਧ ਹੋ ਗਏ ਨਾ ਸੱਤ ਨੂੰ, ਤਾਂ ਤੁਸੀਂ ਜਾਣੋਗੇ ਸਤਿਪੁਰਖਾਂ ਦੀ ਕਰੁਣਾ ਨੂੰ, ਪਹਿਲਾਂ ਨਹੀਂ। ਕਿਉਂਕਿ ਉਹ ਕੰਮ ਕਰ ਰਹੇ ਹਨ ਜਿਹੜਾ ਤੁਸੀਂ ਕਦੇ ਵੀ ਕਰਨਾ ਨਹੀਂ ਚਾਹੋਗੇ। ਇਉਂ ਸਮਝ ਲਵੋ, ਜਿਹੜਾ ਮਨੁੱਖ ਜਨਮ ਜਨਮਾਂਤਰਾਂ ਤੋਂ ਚਿੱਕੜ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਰ ਕਰਕੇ ਕੋਸ਼ਿਸ਼ ਬਾਹਰ ਨਿਕਲਿਆ ਹੈ, ਉਹ ਦੁਬਾਰਾ ਉਹ ਚਿੱਕੜ 'ਚ ਨਹੀਂ ਜਾਣਾ ਚਾਹੇਗਾ। ਤੁਸੀਂ ਖਿਆਲ ਕਰੋ, ਜਿਵੇਂ ਬਾਬੇ ਨਾਨਕ ਨੇ ਕਮੰਡਲ ਉਹ ਲੋਟਾ ਚਿੱਕੜ ਵਿੱਚ ਸੁੱਟ ਦਿੱਤਾ ਸੀ ਨਾ, ਅਤੇ ਇਸ਼ਾਰਾ ਕੀਤਾ ਸੀ ਵੀ ਚੱਕ ਕੇ ਲਿਆਓ, ਅਤੇ ਕੋਈ ਵੀ ਨਹੀਂ ਸੀ ਗਿਆ ਚਿੱਕੜ 'ਚ। ਸਿਰਫ ਇੱਕ ਬਾਬਾ ਲਹਿਣਾ ਭੱਜ ਕੇ ਦੌੜ ਕੇ ਚਿੱਕੜ ਦੇ ਵਿੱਚ ਵੜੇ, ਲੋਟਾ ਕੱਢ ਕੇ ਸਾਫ਼ ਕਰਕੇ ਲਿਆ ਕੇ ਦਿੱਤਾ, ਅਤੇ ਬਾਬੇ ਨੇ ਗਲਵੱਕੜੀ 'ਚ ਲਿਆ, ਚਿੱਕੜ ਨਾਲ ਲਿਬੜਿਆ ਹੋਇਆਂ ਨੂੰ ਹੀ, ਅਤੇ ਨਾਲੇ ਕਿਹਾ ਵੀ ਤੂੰ ਚਿੱਕੜ ਵਿੱਚੋਂ ਦੂਸਰਿਆਂ ਨੂੰ ਕੱਢ ਸਕਦਾ। ਜਿਹੜੇ ਚਿੱਕੜ ਵਿੱਚ ਵੜਨੋਂ ਡਰਦੇ ਹਨ ਉਹ ਨਹੀਂ ਕੱਢ ਸਕਦੇ। ਸੱਤ ਨੂੰ ਉਪਲਬਧ ਬਹੁਤ ਹੁੰਦੇ ਹਨ, ਪਰ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਅਸੱਤ 'ਚ
ਫੇਰ ਜਾ ਕੇ ਅਸਤ 'ਚ ਜੀ ਰਹੇ ਪ੍ਰਾਣੀਆਂ ਨੂੰ ਕੱਢਦਾ ਹੈ, ਉਹਨੂੰ ਹੀ ਸਤਿਗੁਰੂ ਕਹਿੰਦੇ ਹਨ। ਐਸੇ ਸਤਿਗੁਰੂ ਜਦੋਂ ਦੇਖਦੇ ਹਨ ਕਿਸੇ ਨੂੰ ਚਿੱਕੜ 'ਚ ਫਸਿਆ ਹੋਇਆ ਨੂੰ ਅਤੇ ਕੋਈ ਪੁਕਾਰ ਕਰ ਰਿਹਾ ਹੈ, ਅਤੇ ਉਹ ਜਾ ਕੇ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਬਲਕਿ ਜਿਹੜੇ ਨਿਕਲਣਾ ਵੀ ਨਹੀਂ ਚਾਹ ਰਹੇ ਹਨ ਉਹਨਾਂ ਨੂੰ ਵੀ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਕਾਰਨ ਹੀ ਤਾਂ ਲੋਕ ਨਾਰਾਜ਼ ਹੋ ਜਾਂਦੇ ਹਨ। ਲੋਕ ਸੋਚਦੇ ਹਨ ਵੀ ਸਾਨੂੰ ਕਹਿ ਰਹੇ ਹਨ ਵੀ ਚਿੱਕੜ 'ਚ ਫਸੇ ਹੋਏ, ਅਸੀਂ ਤਾਂ ਬੜੀ ਵਧੀਆ ਜ਼ਿੰਦਗੀ ਜੀ ਰਹੇ ਹਾਂ ਸੰਸਾਰ ਦੇ ਵਿੱਚ। ਪਰ ਪਤਾ ਉਦੋਂ ਲੱਗੂਗਾ ਨਾ ਜਦੋਂ ਇਹ ਸੰਸਾਰ ਛੁੱਟੂਗਾ। ਫਸੇ ਹੋਏ ਹੋ ਕਿ ਨਹੀਂ, ਉਦੋਂ ਤੜਫੋਗੇ। ਪਰ ਸਤਿਪੁਰਖ ਪਹਿਲਾਂ ਹੀ ਚਿਤਾਰਦੇ ਹਨ ਵੀ ਤੁਸੀਂ ਫਸੇ ਹੋਏ ਹੋ ਮੋਹ ਰੂਪੀ ਚਿੱਕੜ ਦੇ ਵਿੱਚ, ਅਤੇ ਉਹਨਾਂ ਨੂੰ ਦਇਆ ਆਉਂਦੀ ਹੈ ਵੀ ਬਾਅਦ 'ਚ ਤੁਸੀਂ ਤੜਫੋਗੇ, ਰੋਗੇ ਅਤੇ ਕੁਛ ਕੀਤਾ ਨਹੀਂ ਜਾ ਸਕਦਾ। ਤਾਂ ਉਹ ਪਹਿਲਾਂ ਹੀ ਚਿਤਾਰਦੇ ਹਨ। ਉਹ ਕਹਿੰਦੇ ਹਨ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੇ ਪ੍ਰਾਨੀ, ਛਿਨ ਛਿਨ ਆਉਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਉਹ ਕਹਿੰਦੇ ਹਾਂ ਅਗਰ ਤੇਰੇ ਅੰਦਰ ਚੇਤਨਾ ਹੈ, ਥੋੜ੍ਹੀ ਜਿਹੀ ਸੁਚੇਤਤਾ ਹੈ, ਅਤੇ ਤੂੰ ਹੁਣੇ ਹੀ ਯਤਨ ਕਰ ਇਸ ਚਿੱਕੜ 'ਚੋਂ ਨਿਕਲਣ ਦਾ ਬਾਹਰ। ਐਸਾ ਨਾ ਹੋਵੇ ਵੀ ਚਿੱਕੜ 'ਚੋਂ ਨਿਕਲਣ ਦੀ ਹਿੰਮਤ ਵੀ ਖਤਮ ਹੋ ਜਾਵੇ ਬਾਹਰ। ਬੁਢਾਪੇ 'ਚ ਅਕਸਰ ਐਸਾ ਹੁੰਦਾ ਹੈ, ਕਿਉਂਕਿ ਜ਼ਿਆਦਾ ਚਿੱਕੜ 'ਚ ਫਸ ਜਾਂਦਾ ਹੈ ਨਾ ਬੰਦਾ, ਫਿਰ ਹਿੰਮਤ ਵੀ ਨਹੀਂ ਹੁੰਦੀ। ਤੋ ਕਹਿੰਦੇ ਹਨ ਜਿੰਨਾ ਹੋ ਸਕੇ ਛੇਤੀ ਚਿੱਕੜ 'ਚੋਂ ਨਿਕਲਣ ਦੀ ਕੋਸ਼ਿਸ਼, ਅਤੇ ਤੁਸੀਂ ਕੋਸ਼ਿਸ਼ ਕਰੋਗੇ ਤਾਂ ਹੀ ਸਤਿਗੁਰੂ ਬਾਂਹ ਫੜੇਗਾ। ਖਿਆਲ ਵਿੱਚ ਰੱਖਿਓ, ਉਹ ਜ਼ਬਰਦਸਤੀ ਨਹੀਂ ਕਰਦਾ ਹੈ, ਜ਼ਬਰਦਸਤੀ 'ਤੇ ਨਿਕਲਦਾ ਵੀ ਨਹੀਂ ਹੈ ਕੋਈ। ਦਰਅਸਲ ਜਿਹੜੇ ਨਿਕਲਣਾ ਚਾਹੁੰਦੇ ਹਨ ਉਹਨਾਂ ਨੂੰ ਹੀ ਬਹੁਤ ਮੁਸ਼ਕਿਲ ਹੈ ਚਿੱਕੜ 'ਚੋਂ ਕੱਢਣਾ। ਬਹੁਤ ਗਹਿਰੀ ਦਲਦਲ ਹੈ, ਵਾਰ ਵਾਰ ਫਸ ਜਾਂਦਾ ਹੈ ਆਦਮੀ। ਅਤੇ ਇਸ ਚਿੱਕੜ 'ਚੋਂ ਕੱਢਣ ਵਾਸਤੇ ਹੀ ਉਹ ਉਪਦੇਸ਼ ਦਿੰਦੇ ਹਨ। ਇਸ ਕਾਰਨ ਉਪਦੇਸ਼ ਨੂੰ ਸੱਤ ਕਿਹਾ ਜਾਂਦਾ ਹੈ, ਭਾਵ ਕਿ ਝੂਠ 'ਚੋਂ ਕੱਢ ਕੇ ਸੱਤ ਵੱਲ ਲੈ ਜਾਣ ਵਾਸਤੇ ਉਪਦੇਸ਼ ਹੈ। ਭਾਵੇਂ ਬੋਲਿਆ ਇਹ ਝੂਠੇ ਸਰੀਰ ਦੁਆਰਾ ਹੀ ਜਾ ਰਿਹਾ ਹੈ, ਪਰ ਝੂਠ ਵਿੱਚੋਂ ਕੱਢਣ ਵਾਸਤੇ ਬੋਲਿਆ ਜਾ ਰਿਹਾ ਹੈ। ਇਵੇਂ ਹੀ ਕੁਛ ਕੁ ਉਹਨਾਂ ਦੇ ਕਰਮ ਵੀ ਐਸੇ ਹੁੰਦੇ ਹਨ ਜਿਹੜੇ ਕਰੁਣਾ ਤੋਂ ਦਇਆ 'ਚੋਂ ਨਿਕਲਦੇ ਹਨ, ਦੂਸਰੇ ਦੇ ਭਲੇ ਵਾਸਤੇ। ਭਾਵੇਂ ਉਹ ਸਮਾਜ ਦੇ ਅਨੁਕੂਲ ਹੋਣ ਜਾਂ ਨਾ ਹੋਣ, ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਸਤਿਪੁਰਖ ਝੂਠ ਵੀ ਬੋਲ ਲਵੇਗਾ ਅਗਰ ਦੂਸਰੇ ਦਾ ਭਲਾ ਹੁੰਦਾ ਹੋਵੇ ਤਾਂ। ਪਰ ਧਾਰਮਿਕ ਲੋਕ ਜਿਹੜੇ ਹਨ ਨਾ, ਜਿਹੜੇ ਨਿਯਮ ਧਾਰਨ ਕਰ ਲੈਂਦੇ ਹਨ ਵੀ ਅਸੀਂ ਸੱਚ ਹੀ ਬੋਲਣਾ ਹੈ, ਬਲਕਿ ਉਹ ਜ਼ਿਆਦਾ ਹਿੰਸਕ ਹੋਣਗੇ। ਉਹ ਕਹਿਣਗੇ ਅਸੀਂ ਸੱਚ ਹੀ ਬੋਲਣਾ ਹੈ। ਕੋਈ ਮਰ ਰਿਹਾ ਹੈ, ਕਿਸੇ ਦਾ ਬੁਰਾ ਹੋ ਰਿਹਾ ਹੈ ਅਤੇ ਹੋਵੇ, ਉਹ ਸਗੋਂ ਖੁਸ਼ ਹੋਣਗੇ ਅਤੇ ਅਸੀਂ ਪ੍ਰਤਿੱਗਿਆ ਨਹੀਂ ਤੋਰੀ, ਭਾਵੇਂ ਕੋਈ ਦੂਸਰਾ ਮਰ ਰਿਹਾ ਹੋਵੇ, ਤੜਫਾਇਆ ਜਾ ਰਿਹਾ ਹੋ। ਪਰ ਸਤਿਪੁਰਖ ਐਸਾ ਥੋੜ੍ਹੀ ਕਰਨਗੇ। ਉਹ ਦਇਆ ਵਸ, ਕਰੁਣਾ ਵਸ ਝੂਠ ਬੋਲਣ ਨੂੰ ਵੀ ਤਿਆਰ ਹੋਣਗੇ, ਕਹਿਣਗੇ ਵੀ ਦੂਸਰੇ ਦਾ ਭਲਾ ਹੋ ਰਿਹਾ। ਉਹ ਜੀਵ 'ਤੇ ਦਇਆ ਕਰਦੇ ਹਨ, ਜੀ ਦਇਆ ਪ੍ਰਵਾਨ, ਉਹ ਪ੍ਰਵਾਨ ਹੋ ਜਾਂਦੇ ਹਨ। ਪਰ ਦਇਆ ਉਹਨਾਂ ਦੇ ਅੰਦਰੋਂ ਉੱਠਦੀ ਹੈ, ਉੱਪਰੋਂ ਉੱਪਰੋਂ ਨਹੀਂ ਹੈ। ਇਸ ਕਾਰਨ ਉਹ ਸਮਾਜ ਦੀ ਪਰਵਾਹ ਨਹੀਂ ਕਰਦੇ ਹਨ। ਜਿਵੇਂ ਹਜ਼ਰਤ ਈਸਾ ਇੱਕ ਵੈਸ਼ਿਆ ਦੇ ਘਰ ਰੁਕ ਗਏ ਰਾਤ, ਸਮਾਜ ਦੀ ਪਰਵਾਹ ਨਹੀਂ ਕੀਤੀ,
ਧਾਰਮਿਕ ਲੋਕਾਂ ਨੇ ਸਾਰਿਆਂ ਨੂੰ ਵੱਡਾ ਮੁੱਦਾ ਵੀ ਇਹੋ ਹੀ ਬਣਾਇਆ ਸੀ ਉਹਨਾਂ ਨੂੰ ਸੂਲੀ 'ਤੇ ਚੜਾਉਣ ਦਾ, ਵੀ ਇਹ ਧਾਰਮਿਕ ਵਿਅਕਤੀ ਨਹੀਂ ਹੈ, ਇਹ ਤਾਂ ਵੇਸ਼ਿਆ ਦੇ ਘਰ ਰੁਕ ਜਾਂਦਾ ਹੈ, ਇਹ ਧਾਰਮਿਕ ਕਿਵੇਂ ਹੋ। ਪਰ ਉਹ ਰੁਕੇ ਸਨ ਕਰੁਣਾ ਵਸ, ਉਹਨੂੰ ਚਿੱਕੜ 'ਚ ਕੱਢਣ ਵਾਸਤੇ ਰੁਕੇ ਸਨ। ਉਹ ਫਸੀ ਹੋਊਗੀ ਨਾ, ਤੜਫ ਰਹੀ ਹੋਊਗੀ, ਜਿਵੇਂ ਗਣਕਾ ਪਾਪਣ ਦਾ ਜ਼ਿਕਰ ਆਉਂਦਾ ਹੈ, ਪੂਰਨ ਪੁਰਖ ਪਹੁੰਚ ਗਏ ਉਹਦੇ ਦਰ 'ਤੇ ਕਰੁਣਾ ਵਸ। ਲੋਕ ਕੀ ਕਹਿਣਗੇ ਉਹ ਥੋੜ੍ਹੀ ਸੋਚਦੇ ਹਨ, ਉਹਨਾਂ ਦੇ ਅੰਦਰ ਕਰੁਣਾ ਪਹਿਲ ਹੁੰਦੀ। ਆਮ ਮਨੁੱਖ ਦੇ ਅੰਦਰ ਲੋਕ ਪਹਿਲ ਹੁੰਦੇ ਹਨ, ਲੋਕ ਲਾਜ, ਵੀ ਲੋਕ ਕੀ ਕਹਿਣਗੇ। ਉਹ ਕਰੁਣਾ ਦਇਆ ਨੂੰ ਇੱਕ ਪਾਸੇ ਕਰ ਦਿੰਦਾ। ਤੁਸੀਂ ਆਪ ਸੋਚੋ, ਤੁਸੀਂ ਲੋਕ ਲਾਜ ਨੂੰ ਸਹਾਰਦੇ ਹੋ, ਬਹੁਤ ਕਠਿਨ ਹੈ। ਜਿਹੜਾ ਨਿਰਲੇਪ ਹੋਵੇ ਉਹ ਪਰਵਾਹ ਨਹੀਂ ਕਰਦਾ ਹੈ ਲੋਕਾਂ ਦੀ, ਲੋਕ ਲਾਜ ਦੀ। ਇਸੇ ਕਾਰਨ ਹੀ ਸਤਿਪੁਰਖ ਐਸੇ ਕਰਮ ਕਰਦੇ ਹਨ ਜਿਹੜੇ ਸਮਾਜ ਦੇ ਅਨੁਕੂਲ ਨਹੀਂ ਹਨ, ਜਿਹੜੇ ਧਰਮ ਦੇ ਅਨੁਕੂਲ ਵੀ ਨਹੀਂ ਹਨ, ਪਰ ਉਹਨਾਂ ਦੇ ਪਿੱਛੇ ਚੱਲਣ ਵਾਲੇ ਅਗਰ ਸਾਧਕ ਉਹਨਾਂ ਦੀ ਬਾਹਰੋਂ ਰੀਸ ਕਰਨਗੇ ਤਾਂ ਜ਼ਿਆਦਾਤਰ ਭਟਕਣਗੇ। ਜਿਵੇਂ ਹੁਣ ਈਸਾਈ ਜ਼ਿਆਦਾਤਰ ਈਸਾ ਦੀ ਰੀਸ ਕਰਦੇ ਹਨ ਬਾਹਰ, ਅਤੇ ਉਹ ਭਟਕੀ ਰਹੇ ਹਨ। ਇਵੇਂ ਹੀ ਕ੍ਰਿਸ਼ਨ ਅਗਰ ਉਹ ਬਾਹਰੋਂ ਉਹਨਾਂ ਦੇ ਜੀਵਨ ਦੇ ਪੱਧਰ 'ਤੇ ਦੇਖੋਗੇ ਤੁਸੀਂ, ਤਾਂ ਉਹਨਾਂ ਦੇ ਵਿੱਚ ਸਭ ਕੁਛ ਹੀ ਹੈ, ਝੂਠ ਵੀ ਹੈ, ਹੇਰਾ ਫੇਰੀ ਵੀ ਹੈ, ਛਲ ਵੀ ਹੈ, ਧੋਖਾ ਵੀ ਹੈ। ਅਗਰ ਬਾਹਰੋਂ ਕੋਈ ਰੀਸ ਕਰੇਗਾ ਤਾਂ ਭਟਕੇਗਾ ਹੀ ਨਾ, ਪਰ ਉਹ ਕਰਮ ਵਿੱਚ ਹੁੰਦੇ ਥੋੜ੍ਹੀ ਆ ਬਾਹਰ। ਅਤੇ ਇਸੇ ਕਾਰਨ ਕਿਹਾ ਜਾਂਦਾ ਹੈ ਵੀ ਉਹਨਾਂ ਦੀ ਬਾਹਰੋਂ ਦੇਖ ਕੇ ਰੀਸ ਨਾ ਕਰੋ। ਗੁਰ ਕੀ ਕਰਨੀ ਕਾਹੇ ਤਾਵੋ, ਉਹਨਾਂ ਦੇ ਕੰਮ ਜਿਹੜੇ ਹਨ ਨਾ ਉਹਨਾਂ ਵੱਲ ਨਾ ਬਹੁਤਾ ਧਿਆਨ ਦਿਓ, ਕਿਉਂਕਿ ਉਹ ਕੰਮਾਂ ਵਿੱਚ ਕਰਮਾਂ ਵਿੱਚ ਨਹੀਂ ਹਨ, ਉਹ ਫਿਰ ਵਿਚਾਰ ਵਿੱਚ ਵੀ ਨਹੀਂ ਜੀਂਦੇ ਹਨ। ਅਗਰ ਬਾਹਰ ਉਹਨਾਂ ਦੇ ਬੋਲ ਚਾਲ ਦੇ ਵਿੱਚ ਸਮਝਣਾ ਚਾਹੇਗਾ ਵੀ ਇਹ ਸਤਿਪੁਰਖ ਹਨ ਕਿ ਨਹੀਂ ਹਨ, ਅਤੇ ਨਹੀਂ ਸਮਝ ਵਿੱਚ ਆਵੇਗੀ ਗੱਲ। ਨਾ ਹੀ ਤਾਂ ਉਹਨਾਂ ਦੇ ਕਰਮ ਦੇਖ ਕੇ ਜਾਣਿਆ ਜਾ ਸਕਦਾ ਹੈ ਸਤਿਪੁਰਖ ਨੂੰ, ਨਾ ਹੀ ਬਾਹਰੋਂ ਉਹਨਾਂ ਦੀਆਂ ਗੱਲਾਂ ਸੁਣ ਕੇ ਹੀ ਜਾਣਿਆ ਜਾ ਸਕਦਾ ਹੈ। ਉਹਨਾਂ ਨੂੰ ਬਾਹਰੋਂ ਜਾਣਿਆ ਹੀ ਨਹੀਂ ਜਾ ਸਕਦਾ। ਉਹਨਾਂ ਨੂੰ ਜਾਣਿਆ ਜਾ ਸਕਦਾ ਹੈ ਜੋ ਕਹਿੰਦੇ ਹਨ ਉਹ ਜੀਵਨ 'ਚ ਢਾਲ ਕੇ, ਫਿਰ ਹੀ ਪਤਾ ਲੱਗੂਗਾ ਨਾ ਵੀ ਉਹ ਸਹੀ ਕਹਿੰਦੇ ਹਨ। ਜਿੰਨਾ ਚਿਰ ਤੁਸੀਂ ਜੀਵਨ 'ਚ ਢਾਲੋਗੇ ਨਹੀਂ, ਉਹਨਾਂ ਚਿਰ ਉਹਨਾਂ ਦਾ ਨਹੀਂ ਪਤਾ ਲੱਗਦਾ ਹੈ ਬਾਹਰੋਂ, ਅਤੇ ਨਾ ਹੀ ਪਤਾ ਕੋਈ ਲਾ ਸਕਦਾ ਹੈ, ਨਾ ਹੀ ਕੋਸ਼ਿਸ਼ ਕਰਿਓ। ਅਗਰ ਉਹਨਾਂ ਨੂੰ ਜਾਣਨਾ ਹੈ ਨਾ, ਅਤੇ ਜੋ ਕਹਿੰਦੇ ਹਨ ਉਹਨੂੰ ਆਪਣੇ ਜੀਵਨ 'ਚ ਪੂਰਾ ਦਾ ਪੂਰਾ ਹੀ ਢਾਲ ਲਓ, ਜੀਵਨ ਦਾ ਅੰਗ ਬਣ। ਉਹਨੂੰ ਹੀ ਗੁਰ ਮੰਤਰ ਕਹਿੰਦੇ ਹਨ। ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਢਾਲ ਲਿਆ, ਉਹਨਾਂ ਦਾ ਮੰਤਰ ਲੈ ਲਿਆ। ਅੱਲ੍ਹ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਹੋਏ ਪੈ ਖਾਕ ਫਕੀਰ ਮੁਸਾਫਿਰ, ਇਹੋ ਦਰਵੇਸ਼ ਕਬੂਲ ਦਰਾ। ਹੋਏ ਪੈ ਖਾਕ ਫਕੀਰ ਮੁਸਾਫਿਰ, ਇਹੋ ਦਰਵੇਸ਼ ਕਬੂਲ ਦਰਾ। ਅੱਲ੍ਹ ਅਗਮ ਖੁਦਾਈ ਬੰਦੇ, ਇਹ ਖੁਦਾ ਦੇ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਦੇਖੋ ਕਹਿੰਦੇ ਹਨ ਖਿਆਲ ਹੀ ਛੱਡ ਦੁਨੀਆ ਦਾ, ਧੰਦਿਆਂ ਦਾ ਖਿਆਲ ਛੱਡ ਦੁਨੀਆ ਦੇ ਧੰਦੇ। ਦੁਨੀਆ ਦੇ ਧੰਦੇ ਛੱਡ ਕੇ ਫਿਰ ਕਰ ਕੀ, ਹੋਏ ਪਏ ਖਾਕ ਫਕੀਰ, ਫਕੀਰਾਂ ਦੀ ਖਾਕ ਹੋ, ਮੁਸਾਫਿਰ ਰਾਹੀ, ਇਹੋ ਦਰਵੇਸ਼ ਕਬੂਲ ਦਰਾ।
ਫਿਰ ਪ੍ਰਭੂ ਦੇ ਦਰ 'ਤੇ ਕਬੂਲ ਹੋਵੋਗੇ। ਜਿਹੜਾ ਦਰਵੇਸ਼ਾਂ ਦੀ ਖਾਕ ਹੋ ਗਿਆ, ਦਰ 'ਤੇ ਖੜਿਆਂ ਦੀ ਖਾਕ ਹੋ ਗਿਆ, ਉਹ ਵੀ ਫਿਰ ਦਰ 'ਤੇ ਖੜ ਗਿਆ ਨਾ, ਅਤੇ ਉਹ ਵੀ ਕਬੂਲ ਹੋ ਜਾਂਦਾ ਹੈ। ਪਰ ਪਹਿਲਾਂ ਛੋੜ ਖਿਆਲ ਦੁਨੀਆ ਕੇ ਧੰਦੇ। ਦੁਨੀਆ ਦਾ ਖਿਆਲ ਜਿਹੜਾ ਤੁਹਾਡੇ ਅੰਦਰ ਹੈ ਨਾ, ਅਸੱਤ ਦਾ ਖਿਆਲ, ਝੂਠ ਦਾ ਖਿਆਲ, ਉਹਨੂੰ ਹੀ ਕਿਹਾ ਹੈ ਝੂਠ ਦਾ ਧਿਆਨ। ਅਤੇ ਝੂਠ ਵੱਲ ਧਿਆਨ ਕਿਉਂ ਜਾ ਰਿਹਾ ਹੈ? ਕਰਮਾਂ ਕਰਕੇ। ਕਰਮ ਕਿਉਂ ਹੋ ਰਹੇ ਹਨ? ਕਾਮਨਾ ਕਰਕੇ, ਇੱਛਾ ਕਰਕੇ, ਮੋਹ ਕਰਕੇ, ਚਾਹਤ ਕਰਕੇ। ਅਤੇ ਸਤਿਪੁਰਖ ਕਹਿੰਦੇ ਹਨ, ਤੁਸੀਂ ਚਾਹਤ ਕਰਕੇ, ਮੋਹ ਕਰਕੇ, ਵਾਸ਼ਨਾ ਕਰਕੇ ਨਾ ਕਰਮ ਕਰੋ, ਇਹ ਤਾਂ ਕਿ ਤੁਹਾਡਾ ਕਰਮਾਂ ਤੋਂ ਛੁਟਕਾਰਾ ਹੋਵੇ। ਖਿਆਲ ਵਿੱਚ ਰੱਖਿਓ, ਬੁਰੇ ਕਰਮਾਂ ਤੋਂ ਮਨ ਨਹੀਂ ਛੁੱਟਦਾ ਹੈ। ਇਸ ਕਰਕੇ ਬੁਰੇ ਕਰਮ ਪਹਿਲਾਂ ਛਡਾਏ ਜਾਂਦੇ ਹਨ, ਜਿਨ੍ਹਾਂ ਵਿੱਚ ਮਨ ਜ਼ਿਆਦਾ ਫਸ ਜਾ। ਧਾਰਮਿਕ ਕਰਮਾਂ 'ਚ ਵੀ ਫਸ ਜਾਂਦਾ ਹੈ, ਮੋਹ ਮਮਤਾ ਕਰਕੇ, ਚਾਹਤ ਕਰਕੇ। ਇਸ ਕਰਕੇ ਉਹਨਾਂ ਨੂੰ ਵੀ ਛਡਾਇਆ ਜਾਂਦਾ ਹੈ। ਕਰਮ ਐਸੇ ਕਰਵਾਏ ਜਾਂਦੇ ਹੈ ਜਿਨ੍ਹਾਂ ਕਰਕੇ ਤੁਹਾਡਾ ਛੁਟਕਾਰਾ ਹੋਵੇ। ਪਹਿਲਾਂ ਬਾਹਰੀ ਕਰਮ ਸੰਸਾਰਿਕ, ਜਿਨ੍ਹਾਂ ਵਿੱਚ ਮਨ ਫਸਦਾ ਹੈ, ਉਹ ਛੁੱਟਦੇ ਹਨ। ਸਹਿਜ ਸੁਭਾਵਿਕ ਕਰਮ ਕਰਨ ਵਾਸਤੇ ਕਿਹਾ ਜਾਂਦਾ ਹੈ, ਜਿਵੇਂ ਸੇਵਾ ਹੈ। ਸੇਵਾ ਦੁਆਰਾ ਸੰਸਾਰਿਕ ਕਰਮ ਛੁੱਟਦੇ ਹਨ। ਫਿਰ ਸੰਸਾਰਿਕ ਵਿਚਾਰਧਾਰਾ ਵੀ ਛੁੱਟ ਜਾਂਦੀ ਹੈ, ਕਿਉਂਕਿ ਕਰਮਾਂ ਕਰਕੇ ਹੀ ਜ਼ਿਆਦਾ ਚੱਲਦੀ ਹੈ। ਅਤੇ ਜਿਹੜੇ ਵਿਚਾਰਕ ਹਨ, ਉਹਨਾਂ ਨੂੰ ਧਿਆਨ ਵਿਚਾਰ ਵੱਲੋਂ ਜਾਂ ਬੁੱਧੀ ਵੱਲੋਂ ਹਟਾਉਣ ਵਾਸਤੇ ਕਿਹਾ ਜਾਂਦਾ ਹੈ, ਤਾਂ ਕਿ ਉਹ ਵੀ ਵਿਚਾਰਾਂ ਦੀ ਦਲਦਲ 'ਚੋਂ ਬਾਹਰ ਨਿਕਲਣ। ਅਤੇ ਬਾਹਰ ਨਿਕਲ ਕੇ ਹੀ ਪਤਾ ਲੱਗੇਗਾ ਸਤਿਪੁਰਖ ਦਾ।